ਹੈਲੋ ਫਰੈਂਡਸ, ਮੈਂ ਕਰਮਵੀਰ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ ਬਾਈ ਕਰਮ ਉੱਪਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਅਕਬਰ ਦਾ ਇਤਿਹਾਸ। ਜੋ ਅੱਜ ਦੀ ਆਪਣੀ ਇਹ ਵੀਡੀਓ ਜੀ ਅਕਬਰ ਦੇ ਇਤਿਹਾਸ ਦੀ ਸੈਕਿੰਡ ਵੀਡੀਓ ਆ। ਫਸਟ ਵੀਡੀਓ ਜੀ ਆਪਾਂ ਆਲਰੇਡੀ ਆਪਣੇ ਚੈਨਲ ਦੇ ਉੱਪਰ ਅਪਲੋਡ ਕਰ ਚੁੱਕੇ ਹਾਂ, ਜਿਸ ਦੇ ਵਿੱਚ ਜੀ ਆਪਾਂ ਪੜ੍ਹਿਆ ਸੀ ਕਿ ਅਕਬਰ ਦਾ ਆਰੰਭਿਕ ਜੀਵਨ ਕੀ ਸੀ, ਉਹ ਕਿਸ ਤਰ੍ਹਾਂ ਸ਼ਾਸਕ ਬਣਦਾ ਹੈ, ਕਿਸ ਤਰ੍ਹਾਂ ਆਪਣੇ ਸਾਮਰਾਜ ਨੂੰ ਚਲਾਉਂਦਾ ਹੈ ਅਤੇ ਕਿਸ ਤਰ੍ਹਾਂ ਆਪਣੇ ਸਾਮਰਾਜ ਦੇ ਵਿੱਚ ਵਾਧਾ ਕਰਦਾ ਹੈ, ਅਤੇ ਅੰਤ ਆਪਾਂ ਦੇਖਿਆ ਸੀ ਕਿ ਅਕਬਰ ਦੀ ਮੌਤ ਕਦੋਂ ਹੋਈ ਅਤੇ ਕਿਵੇਂ ਹੋਈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਅਕਬਰ ਨੂੰ ਜੀ ਅਕਬਰ ਮਹਾਨ ਕਿਵੇਂ ਕਿਹਾ ਜਾਂਦਾ ਹੈ। ਉਸਨੇ ਕਿਹੜੇ ਅਜਿਹੇ ਕੰਮ ਕੀਤੇ ਆ ਜਿਸ ਕਰਕੇ ਉਸ ਨੂੰ ਮਹਾਨ ਕਿਹਾ ਜਾਣ ਲੱਗ ਗਿਆ। ਉਸਨੇ ਕਿਹੜੇ ਸੈਨਿਕ ਸੁਧਾਰ ਕੀਤੇ ਆ ਜੀ, ਕਿਹੜੇ ਸਮਾਜ ਸੁਧਾਰ ਦੇ ਕੰਮ ਕੀਤੇ ਆ, ਅਤੇ ਕਿਹੜੇ ਕੰਮ ਜੋ ਜਿਨ੍ਹਾਂ ਦੇ ਦੁਆਰਾ ਉਸ ਨੂੰ ਮਹਾਨ ਦਾ ਨਾਮ ਮਿਲਿਆ ਹੈ। ਠੀਕ ਹੈ ਜੀ, ਇਹ ਸਭ ਗੱਲਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਨਾਲ ਪੜ੍ਹਾਂਗੇ। ਤਾਂ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਜਾਂਦਾ ਹੈ ਜੀ ਕਿ ਅਕਬਰ ਦਾ ਜੋ ਦਰਬਾਰੀ ਸੀ, ਜਿਨ੍ਹਾਂ ਨੂੰ ਨੌ ਰਤਨ ਦੇ ਨਾਮ ਨਾਲ ਜਾਣਿਆ ਜਾਂਦਾ, ਜੋ ਅਕਬਰ ਦੇ ਨਵ ਰਤਨ ਕਹੇ ਜਾਂਦੇ ਆ ਜੀ, ਉਹ ਕਿਹੜੇ ਸੀ, ਉਹਨਾਂ ਦੇ ਬਾਰੇ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਨਾਲ ਪੜ੍ਹਾਂਗੇ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ, ਜੇਕਰ ਤੁਸੀਂ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜੀ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ, ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਤਾਂ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਾ ਕਰੋ। ਸਾਰੀਆਂ ਹੀ ਵੀਡੀਓ ਦਾ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਆਪਣੀ ਵੀਡੀਓ। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਜੀ ਉਹਨਾਂ ਮੇਨ ਪੁਆਇੰਟਸ ਨੂੰ, ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ। ਜੋ ਪਹਿਲਾ ਪੁਆਇੰਟ ਇਹ ਹੈ ਜੀ ਮੁੱਖ ਘਟਨਾਵਾਂ। ਅਕਬਰ ਦੇ ਜੀਵਨ ਵਿੱਚ ਜੀ ਜਨਮ ਤੋਂ ਲੈ ਕੇ ਉਸ ਦੀ ਮਰਨ ਤੱਕ ਉਸਨੇ ਕੀ ਕੰਮ ਕੀਤੇ ਹੈ ਜੀ, ਕਿਹੜੇ ਉਸਨੇ ਚੀਜ਼ਾਂ ਦਾ ਨਿਰਮਾਣ ਕੀਤਾ, ਕੀ ਉਸਨੇ ਕਾਨੂੰਨ ਲਾਗੂ ਕੀਤੇ ਜਾਂ ਕੀ ਸੁਧਾਰ ਕੀਤੇ, ਉਹ ਸਾਰਿਆਂ ਦੇ ਜੀ ਪਹਿਲਾਂ ਆਪਾਂ ਡੇਟਸ ਨੂੰ ਚੈੱਕ ਕਰਾਂਗੇ। ਸਾਰੀਆਂ ਜੋ ਕੀ ਡੇਟਸ ਆ ਜੀ ਉਸ ਦੇ ਜਨਮ ਤੋਂ ਲੈ ਕੇ ਉਸ ਦੀ ਮੌਤ ਤੱਕ, ਉਹਨਾਂ ਨੂੰ ਯਾਦ ਕਰਾਂਗੇ। ਉਸ ਤੋਂ ਬਾਅਦ ਆਪਾਂ ਵੇਖਿਆ ਗਿਆ ਜੀ ਕਿ ਅਕਬਰ ਦੇ ਦੁਆਰਾ ਕਿਹੜੇ ਸਮਾਜ ਸੁਧਾਰ ਕੀਤੇ ਗਏ, ਜਿਨ੍ਹਾਂ ਕਰਕੇ ਅਕਬਰ ਨੂੰ ਇੱਕ ਮਹਾਨ ਸ਼ਾਸਕ ਵੀ ਕਿਹਾ ਜਾਂਦਾ ਹੈ। ਦੂਸਰਾ ਆਪਾਂ ਪੜ੍ਹਾਂਗੇ ਜੀ ਫਿਰ ਕਿ ਅਕਬਰ ਦੇ ਦੁਆਰਾ ਕਿਹੜੇ ਸੈਨਿਕ ਸੁਧਾਰ ਕੀਤੇ ਗਏ। ਉਸ ਤੋਂ ਬਾਅਦ ਆਪਾਂ ਵੇਖਾਂਗੇ ਕਿ ਅਕਬਰ ਦੇ ਸਮੇਂ ਜੋ ਭੂਮੀ ਸੁਧਾਰ ਕੀਤੇ ਗਏ ਆ ਜੀ, ਉਹ ਕਿਹੜੇ ਸੀ, ਅਤੇ ਅੰਤ ਦੇ ਵਿੱਚ ਆਪਾਂ ਵੇਖਾਂਗੇ ਕਿ ਅਕਬਰ ਦੇ ਸਮੇਂ ਜੋ ਨਿਰਮਾਣ ਕਲਾ ਸੀ ਉਹ ਕਿਸ ਤਰ੍ਹਾਂ ਦੀ ਸੀ, ਕਿਹੜੀਆਂ ਇਮਾਰਤਾਂ ਦਾ ਨਿਰਮਾਣ ਹੋਇਆ, ਅਕਬਰ ਨੇ ਕਿਹੜੀਆਂ ਜੋ ਇਤਿਹਾਸਿਕ ਇਮਾਰਤਾਂ ਜੀ ਉਹਨਾਂ ਦਾ ਨਿਰਮਾਣ ਕਰਵਾਇਆ ਸੀ। ਅਤੇ ਸਭ ਤੋਂ ਲਾਸਟ 'ਤੇ ਆਪਾਂ ਵੇਖਾਂਗੇ ਜੀ ਨੌ ਰਤਨ, ਜੋ ਅਕਬਰ ਦੇ ਦਰਬਾਰੀ ਸੀ, ਜਿਨ੍ਹਾਂ ਨੂੰ ਨੌ ਰਤਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਦੇ ਵਿੱਚੋਂ ਹਰ ਐਗਜ਼ਾਮ ਦੇ ਵਿੱਚ ਜੀ ਇੱਕ ਅੱਧਾ ਪ੍ਰਸ਼ਨ ਆ ਹੀ ਜਾਂਦਾ ਹੈ। ਇਹਨਾਂ ਦੇ ਬਾਰੇ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਾਫੀ ਡਿਟੇਲ ਦੇ ਨਾਲ ਪੜ੍ਹਾਂਗੇ। ਆਪਾਂ ਇਸ ਤਰੀਕੇ ਪੜ੍ਹਾਂਗੇ ਜੀ ਕਿ ਵਧੀਆ ਤਰੀਕੇ ਤੁਹਾਨੂੰ ਯਾਦ ਵੀ ਹੋ ਸਕੇ, ਸਿਰਫ ਪੜ੍ਹਨਾ ਨਹੀਂ, ਨਾਲ ਆਪਾਂ ਯਾਦ ਵੀ ਕਰਨਾ ਹੈ। ਹੁਣ ਸ਼ੁਰੂ ਕਰਦੇ ਹਾਂ ਜੀ ਇੱਕ ਕਰਕੇ ਆਪਾਂ ਇਹਨਾਂ ਪੁਆਇੰਟਸ ਨੂੰ ਐਕਸਪਲੇਨ ਕਰਨਾ ਅਤੇ ਸਾਰਿਆਂ ਨੂੰ ਡਿਟੇਲ ਦੇ ਨਾਲ ਪੜ੍ਹਦੇ ਹਾਂ ਜੀ। ਸਭ ਤੋਂ ਪਹਿਲਾਂ ਵੇਖਦੇ ਹਾਂ ਜੀ ਉਹਨਾਂ ਮੁੱਖ ਘਟਨਾਵਾਂ ਨੂੰ ਜੋ ਅਕਬਰ ਦੇ ਜੀਵਨ ਵਿੱਚ ਉਸ ਦੇ ਜਨਮ ਤੋਂ ਲੈ ਕੇ ਉਸ ਦੀ ਮੌਤ ਤੱਕ ਹੋਈਆਂ ਨੇ। ਇਹ ਜੋ ਸਾਰੀਆਂ ਡੇਟਸ ਹੈ ਜੀ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਵੈਸੇ ਜੋ ਸਲਾਈਡ ਆ, ਇਸ ਸਲਾਈਡ ਤੋਂ ਹੀ ਤੁਸੀਂ ਅਕਬਰ ਦੇ ਸਾਰੇ ਜੀਵਨ ਦੇ ਕੀ ਕੰਮ ਹੋਇਆ, ਕੀ ਘਟਨਾਵਾਂ ਹੋਈਆਂ, ਉਹਨਾਂ ਦਾ ਅੰਦਾਜ਼ਾ ਲਗਾ ਸਕਦੇ ਹੋ। ਤੁਸੀਂ ਵਧੀਆ ਤਰੀਕੇ ਸਿਰਫ ਇੱਕ ਸਲਾਈਡ ਤੋਂ ਜ਼ਿਆਦਾ ਯਾਦ ਕਰ ਸਕਦੇ ਹੋ। ਵੈਸੇ ਸਾਰੀਆਂ ਡੇਟਸ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਜੀ, ਇਹ ਤੁਹਾਨੂੰ ਸਮਝਾਉਣ ਦੇ ਲਈ ਹੀ ਦਿੱਤੀਆਂ ਗਈਆਂ ਨੇ। ਬਸ ਤੁਸੀਂ ਇਹਨਾਂ ਨੂੰ ਸੀਕੁਐਂਸ ਵਾਈਜ਼ 2-4 ਵਾਰ ਪੜ੍ਹ ਲੈਣਾ, ਤਾਂ ਕਿ ਤੁਸੀਂ ਵਧੀਆ ਤਰੀਕੇ ਸਾਰੀਆਂ ਘਟਨਾਵਾਂ ਨੂੰ ਸੀਕੁਐਂਸ ਵਾਈਜ਼ ਯਾਦ ਰੱਖ ਸਕੋ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਕਿ ਅਕਬਰ ਦਾ ਜਨਮ ਕਦੋਂ ਹੋਇਆ। ਇਹ ਹੁੰਦਾ ਹੈ ਜੀ 1542 ਈਸਵੀ ਨੂੰ, ਅਤੇ ਅਕਬਰ ਦਾ ਜੋ ਜਨਮ ਹੋਇਆ ਸੀ ਜੀ, ਇਹ ਹੋਇਆ ਸੀ ਅਮਰਕੋਟ ਦੇ ਵਿੱਚ, ਜੋ ਸਿੰਧ ਪ੍ਰਦੇਸ਼ ਦੇ ਵਿੱਚ ਸੀ। ਠੀਕ ਹੈ ਜੀ, ਕਿਹੜੇ ਰਾਜੇ ਦੇ ਘਰ ਹੋਇਆਗਾ ਉਹ ਤੁਸੀਂ ਨੀਚੇ ਦੱਸ ਦੇਣਾ ਜੀ ਕਮੈਂਟਸ ਦੇ ਵਿੱਚ। ਇੰਨਾ ਕੁ ਤੁਸੀਂ ਵੀ ਯਾਦ ਕਰਨਾ, ਕਿਉਂਕਿ ਫਸਟ ਵੀਡੀਓ ਦੇ ਵਿੱਚ ਆਪਾਂ ਕਾਫੀ ਡਿਟੇਲ ਦੇ ਨਾਲ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ। 1542 ਦੇ ਵਿੱਚ ਜੀ ਅਕਬਰ ਦਾ ਜਨਮ ਹੁੰਦਾ ਹੈ, ਅਤੇ 1556 ਈਸਵੀ ਦੇ ਵਿੱਚ ਜੋ ਅਕਬਰ ਹੈ ਇਹ ਰਾਜਾ ਬਣ ਜਾਂਦਾ ਹੈ, ਕਿਉਂਕਿ 1555 ਈਸਵੀ ਦੇ ਵਿੱਚ ਜੋ ਉਸ ਦਾ ਪਿਤਾ ਸੀ ਜੀ ਹੁਮਾਯੂੰ, ਉਸ ਦੀ ਮੌਤ ਹੋ ਗਈ ਸੀ, ਅਤੇ 1556 ਈਸਵੀ ਦੇ ਵਿੱਚ ਜੋ ਅਕਬਰ ਆ ਇਹ ਸ਼ਾਸਕ ਬਣ ਜਾਂਦਾ ਹੈ। 1556 ਵੇਲੇ ਜੋ ਅਕਬਰ ਦੀ ਉਮਰ ਸੀ ਜੀ, ਉਹ ਸੀ 13 ਤੋਂ 14 ਸਾਲ ਦੀ। 13-14 ਸਾਲ ਦਾ ਇਸ ਸਮੇਂ ਇਹ ਇੱਕ ਬੱਚਾ ਸੀ। ਉਸ ਤੋਂ ਬਾਅਦ ਦੀ ਜੋ ਮੇਨ ਘਟਨਾ ਹੈ ਉਹ ਹੈ ਜੀ 1560 ਈਸਵੀ ਵਿੱਚ ਬੈਰਮ ਖਾਂ ਦਾ ਅੰਤ। ਜੋ ਬੈਰਮ ਖਾਂ ਜੀ ਅਕਬਰ ਦਾ ਜੋ ਇੱਕ ਸੰਰਖਕ ਹੁੰਦਾ ਹੈ ਜੀ, ਉਸ ਦੀ 1560 ਦੇ ਵਿੱਚ ਮੌਤ ਹੋ ਜਾਂਦੀ ਹੈ। ਇਹ ਵੀ ਇੱਕ ਇੰਪੋਰਟੈਂਟ ਘਟਨਾ ਹੈ ਜੀ। ਇਹ ਕਿਵੇਂ ਹੁੰਦੀ ਹੈ, ਇਸ ਦੇ ਬਾਰੇ ਆਪਾਂ ਫਸਟ ਵੀਡੀਓ ਦੇ ਵਿੱਚ ਪੜ੍ਹ ਚੁੱਕੇ ਹਾਂ। ਦੂਸਰਾ ਆ ਜਾਂਦਾ ਹੈ ਜੀ 1562 ਈਸਵੀ ਦੇ ਵਿੱਚ ਅਕਬਰ ਦੇ ਦੁਆਰਾ ਇੱਕ ਕੀਤਾ ਗਿਆ ਕੰਮ ਸੀ, ਇੱਕ ਸਮਾਜ ਸੁਧਾਰਕ ਕੰਮ ਸੀ, ਉਹ ਸੀ ਜੀ ਦਾਸ ਪ੍ਰਥਾ ਦਾ ਅੰਤ ਕੀਤਾ। ਜੋ ਆਪਾਂ ਪੜ੍ਹਿਆ ਹੈ ਜੀ ਕਿ ਵੱਖ-ਵੱਖ ਸ਼ਾਸਕਾਂ ਦੇ ਸਮੇਂ ਜੋ ਲੋਕਾਂ ਦੀ ਖਰੀਦੋ ਫਰੋਖਤ ਹੁੰਦੀ ਸੀ, ਲੋਕ ਖਰੀਦੇ ਜਾਂਦੇ ਸੀ, ਉਹਨਾਂ ਨੂੰ ਦਾਸਾਂ ਦੇ ਰੂਪ ਵਿੱਚ ਰੱਖਿਆ ਜਾਂਦਾ ਸੀ। ਉਸ ਪ੍ਰਥਾ ਦਾ ਜੀ ਅੰਤ ਕੀਤਾ ਗਿਆ ਸੀ ਅਕਬਰ ਦੇ ਦੁਆਰਾ, ਜੋ ਇਸ ਦੇ ਦੁਆਰਾ ਇੱਕ ਪਹਿਲਾ ਸਮਾਜ ਸੁਧਾਰ ਦਾ ਕੰਮ ਕੀਤਾ ਗਿਆ ਸੀ। ਫਿਰ ਹੋਇਆ ਜੀ 1563 ਈਸਵੀ ਦੇ ਵਿੱਚ ਤੀਰਥ ਯਾਤਰਾਵਾਂ 'ਤੇ ਜੋ ਕਰ ਲੱਗਿਆ ਹੋਇਆ ਸੀ, ਜੋ ਟੈਕਸ ਲੱਗਿਆ ਹੋਇਆ ਸੀ, ਉਹ ਅਕਬਰ ਨੇ ਖ਼ਤਮ ਕਰ ਦਿੱਤਾ। ਇਹ ਕਿਹੜੇ ਲੋਕਾਂ 'ਤੇ ਲੱਗਿਆ ਸੀ ਜੀ, ਇਹ ਲੱਗਿਆ ਸੀ ਹਿੰਦੂ ਲੋਕਾਂ 'ਤੇ, ਕਿਉਂਕਿ ਹਿੰਦੂਆਂ ਤੋਂ ਜੋ ਇਹ ਮੁਸਲਮਾਨ ਸ਼ਾਸਕ ਹੁੰਦੇ ਸੀ ਉਹ ਕਰ ਲੈਂਦੇ ਸੀ ਜੇਕਰ ਉਹ ਹਿੰਦੂ ਲੋਕ ਆਪਣੇ ਤੀਰਥ ਸਥਾਨਾਂ ਦੀ ਯਾਤਰਾ ਕਰਨ ਜਾਂਦੇ ਸੀ। ਪਰ ਅਕਬਰ ਨੇ ਇਸ ਨੂੰ ਖ਼ਤਮ ਕੀਤਾ ਸੀ, ਕਿਉਂਕਿ ਉਸ ਸਮੇਂ ਤੱਕ ਜੋ ਅਕਬਰ ਹੈ ਜੀ, ਉਸ ਦਾ ਵੀ ਰਾਜਪੂਤ ਰਾਣੀ ਨਾਲ ਵਿਆਹ ਹੋ ਗਿਆ ਸੀ। ਇਸ ਸਮੇਂ ਤੱਕ ਜੋ ਅਕਬਰ ਹੈ ਜੀ, ਉਸ ਦੀ ਦੂਸਰੇ ਧਰਮਾਂ ਪ੍ਰਤੀ ਜੋ ਸੋਚ ਆ ਉਸ ਦੇ ਵਿੱਚ ਬਦਲਾਵ ਆ ਗਏ ਸੀ। ਇਸ ਤੋਂ ਬਾਅਦ ਜੀ ਮੇਨ ਘਟਨਾ ਹੈ 1564 ਈਸਵੀ ਦੀ, ਜਿਸ ਦੇ ਵਿੱਚ ਜੀ ਅਕਬਰ ਨੇ ਜਜ਼ੀਆ ਕਰ ਸਮਾਪਤ ਕੀਤਾ।
जो जजिया कर है जी ये भी हिंदुओं के उपर लगाया जाता सी ते मुसलमान शासकों के द्वारा ये प्राप्त किया जाता सी। इस कारण भी अकबर ने खत्म कर दिता सी। इस तरह जी उसने हिंदुओं के लिए 2 मुख काम किए सी। उस तो बाद की मेन घटना है जी 1564 ईस्वी के जो पेटीकोट शासन है वो खत्म होया। ये पेटीकोट शासन की है जी, इस बारे आप फस्ट वीडियो के काफ़ी डिटेल के नाल आप इसनूं पढ़िया सी। उस तो बाद जो मेन पॉइंट आ जाता है वह है जी 1571 ईस्वी के अकबर के द्वारा जी एक शहर का निर्माण किया गया। इस शहर का नाम से जी फतेहपुर सीकरी और इसका निर्माण किया गया है जी आगरा जिले के विच, जो आगरा जिला है यूपी के पैंदा है उत्तर प्रदेश के। ठीक है जी, फतेहपुर सीकरी इसने बाद में अपनी राजधानी भी बना लिया सी और इत्थे बहुत ज़्यादा इसने जो इमारतों का जी निर्माण करवाया, बहुत ज़्यादा इत्थे काम करवाए सी। इन्हां दे बारे आप अगे डिटेल के नाल पढ़ांगे। 1573 ईस्वी के जी अकबर के द्वारा फतेहपुर सीकरी के बुलंद दरवाजा एक इमारत का निर्माण करवाया गया है। ये जो बुलंद दरवाजा है जी ये अकबर ने एक जित के सिंबल के रूप के इसका निर्माण करवाया सी। उस समय जो अकबर है जी वो गुजरात के उपर जित प्राप्त करके आया सी। इस खुशी के उसने जी फतेहपुर सीकरी के आके इस बुलंद दरवाजे का निर्माण करवाया। ये बुलंद दरवाजा की है जी, इसकी पिक्चर भी आप अगे देखा वीडियो के। 1575 ईस्वी के फिर अकबर ने जी एक होर इमारत का निर्माण करवाया जिसनों इबादत खाना कहा जाता है। एक धार्मिक इमारत थी जी जिथे जो इस्लाम धर्म के लोग वो अपना पूजा पाठ करते सी। इस तो बाद की होया जी कि 1578 ईस्वी लगभग 3 साल के बाद अकबर ने सब धर्मां के लोगों को इबादत खाने के एंट्री करने का जो कानून सी वो पास कर दिता। इस तो बाद हुण जो इबादत खाना इस दे केवल इस्लाम धर्म के ही नहीं बाकी हिंदू धर्म तो होर भी जिन्ने धर्म उस समय चल रहे सी जी उसके जिन्ने भी विद्वान लोग से सारे इस इबादत खाने के आ सकते सी। इस तो बाद जो मेन काम आ जाता है जी अकबर के द्वारा किया गया वो सी 1580 ईस्वी के। 1580 ईस्वी के जी अकबर ने दहसाला बंदोबस्त लागू किया। ये एक भूमि सुधार के रिलेटेड काम है जी, इस बारे आप अगे पढ़ांगे। इस तो बाद आता है जी 1582 के अकबर ने जी एक दीन ए इलाही धर्म की शुरुआत की सी। एक बहुत ही इंपॉर्टेंट प्रश्न आ जाता है जी, कई बार पूछा गया कि दीन ए इलाही धर्म किस दे द्वारा शुरू किया गया, या पूछा जाता है कि अकबर ने किहड़ा धर्म शुरू किया सी। तो ये सी जी दीन ए इलाही। वैसे धर्म ज़्यादा जी पॉपूलर नहीं होया, इस जो उस दरबार के लोग सी या थोड़े बहुत नज़दीक के लोग सी, टोटल इस 18-20 लोग ही इस शामिल हो सके, इस तो ज़्यादा लोग इस शामिल नहीं हुए सी। इस तो बाद आ जाता है जी 1585 ईस्वी के अकबर के द्वारा लाहौर को अपनी राजधानी बनाया गया सी। इस तो बाद आ जाता है जी पॉइंट 1601 ईस्वी के जो अकबर के द्वारा आखिरी हमला किया गया जी ये किया गया सी असीरगढ़ के जो कि दक्षिणी भारत के स्थित है। ये कई बार पूछा गया जी कि अकबर का आखिरी हमला किहड़ा है। 1605 ईस्वी के अकबर की मौत हो जाती है जो हुई सी जी पेचिस की बीमारी करके। ये सारे की पॉइंट्स है जी, इन्होंने तुसीं 1-2 बारी रीड कर लेना। इस दे नाल तुसीं सीक्वेंस वाइज सारिया घटनावां अकबर के जन्म तो लैके उसकी मरण तक दियाँ वो सारिया नूं याद रख सकते हो ताकि तुसीं वीडियो नूं वधिया ढंग नाल समझ सको और लंबे समय तक इस चीज़ नूं तुसीं याद रख सको। हुण आपां गल करते हैं जी कि अकबर के द्वारा किहड़े-किहड़े समाज सुधार के काम किए गए आ। समाज सुधार के कामों बारे पढ़न तो पहला जी तुहाडे सब स्टूडेंट्स लिए एक जी जरूरी सूचना है। तुहाडे लिए जी एक चैनल रैकमेंड कर रहे हैं जी मैं, जिसका लिंक तुहानूं डिस्क्रिप्शन बॉक्स के मिल जाएगा तो कमेंट्स के भी वह चैनल का लिंक मैं पिन कर दांगा। चैनल का नाम है जी ज्ञान 0 किलोमीटर। इस चैनल के उपर जी तुहानूं साइंस और मैथ दीयां वीडियोज़ मिल जाएगियां। ये जो वीडियोज़ है जी साइंस और मैथ दीयां ये 8th क्लास तो लैके 12th क्लास तक दीयां तुहानूं मिल जाएगियां। जिहड़ा भी स्टूडेंट जी 8वीं तो 12वीं क्लास के पढ़ रहा है जिस दे कोल मैथ या साइंस सबजैक्ट ने, चाहे इस दे विच जी कोई भी बोर्ड हो CBSE बोर्ड हो PSB बोर्ड या ICSE बोर्ड जी तीनों बोर्ड के स्टूडेंटां लई इस चैनल के उपर तुहानूं वीडियोज़ मिल जाएगियां। जेकर तुसीं जी PS TET CTET या मास्टर कैडर की भी अगे तैयारी कर रहे हो तो ये वाली वीडियोज़ जी तुहाडे लई बहुत ज़्यादा हैल्पफुल होणगियां। इसलिए जी मैं तुहानूं सब नूं रिक्वेस्ट करदा कि जिन्ने भी स्टूडेंट ये वीडियो नूं देख रहे हैं जी तुसीं एक बार उस चैनल के उपर विजिट जरूर करना। जिहड़े स्टूडेंट दे कोई फ्रेंड है जी जो मैथ या साइंस नूं पढ़ रहे हैं तो उन्होंने भी तुसीं जी ये चैनल नूं जरूर शेयर करना अगे। इसका लिंक जी तुहानूं डिस्क्रिप्शन बॉक्स के मिल जाएगा और कमेंट्स के भी इस चैनल का लिंक जी मैं पिन कर दांगा। चैनल का नाम है जी ज्ञान 0 किलोमीटर। इसनूं तुसीं एक बार विजिट जरूर करना है जी। हुण आपां अपने पॉइंट पर आ जाते हैं जी। हुण आपां वेखदे हां कि अकबर ने किहड़े-किहड़े समाज सुधार किए जिहड़े कामां करके इसनूं ज़्यादा आपां कह सकते हैं कि महानां दे विच गिणिया जांदा है, इसनूं एक महान शासक कहा जाता है। सब तो पहला है जी कि दास प्रथा ते लोक लगाई है। अकबर ने जी दास प्रथा ते लोक लगाई है। वख-वख जो शासक इस तो पहला होए आ जी वो सब दे विच दास रखे जांदे सी। उन्हां दे समय दे विच दास रखे जांदे सी। लोकां नूं भेड्डां बकरियां वांगू खरीदिया जाता सी तो उन्होंने दासां के रूप में रखा जाता सी। पर अकबर ने जी इसके उपर पूर्ण रोक लगा दी है। इस तो बाद जो दूसरा पॉइंट आ जाता है जी समाज सुधार का दूसरा काम सी वो सी कि जी अकबर ने विधवा विआह की इजाजत दे दी सी।
ਆਪਾਂ ਨੇ खुद देखिया जी पिछली वीडियो ਦੇ ਵਿੱਚ ਆਪਾਂ ਪੜ੍ਹਿਆ ਕਿ ਅਕਬਰ ਨੇ ਜੀ ਬਰਮ ਖਾਂ ਦੀ ਵਿਧਵਾ ਦੇ ਨਾਲ ਵਿਆਹ ਕਰਵਾ ਲਿਆ ਸੀ। ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਜੀ ਇਸ ਕਾਨੂੰਨ ਨੂੰ ਉਸਨੇ ਆਪਣੇ ਜੀਵਨ ਦੇ ਵਿੱਚ ਵੀ ਲਾਗੂ ਕੀਤਾ ਸੀ। ਇਸ ਤੋਂ ਬਾਅਦ ਜੋ ਦੂਸਰੀ ਗੱਲ ਸੀ ਉਹ ਸੀ ਕਿ ਬਹੁ ਵਿਆਹ ਤੇ ਅਕਬਰ ਦੇ ਦੁਆਰਾ ਰੋਕ ਲਗਾ ਦਿੱਤੀ ਗਈ ਸੀ। ਅਕਬਰ ਨੇ ਰੋਕ ਲਗਾ ਦਿੱਤੀ ਕਿ ਕੋਈ ਵੀ ਇੱਕ ਜੋ ਵਿਅਕਤੀ ਹੈ ਜੀ ਉਹ ਇੱਕ ਤੋਂ ਵਧੇਰੇ ਪਤਨੀਆਂ ਨਹੀਂ ਰੱਖ ਸਕਦਾ। पर इत्थे की सी कि जी अकबर के खुद के बहुत विआह सी, उसने 3-4 विआह करवाए हुए सी, इसलिए लोगों ने भी उसकी गल नूं ज़रा सीरीयस नहीं लिया तो किसी ने उसके इस कानून नूं जी नहीं मन्निया। पर विधवा विआह की इजाजत उसने दी सी तो इसनूं लोग मन्नण लग गए सी। इस तो बाद जो तीसरा समाज सुधार का काम सी जी वो सी बाल विआह ते रोक लगाती सी। उस पुराने समय ਦੇ ਵਿੱਚ ਜੀ ਆਪਾਂ ਨੂੰ ਪਤਾ ਹੈ ਕਿ ਛੋਟੇ ਛੋਟੇ ਬੱਚਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ। ਉਸ ਸਮੇਂ ਉਹਨਾਂ ਨੂੰ ਕੋਈ ਸਮਝ ਨਹੀਂ ਹੁੰਦੀ ਸੀ ਤੇ ਪਰ ਉਹਨਾਂ ਨੂੰ ਏਡੀਆਂ ਜ਼ਿੰਮੇਵਾਰੀਆਂ ਦੇ ਵਿੱਚ ਫਸਾ ਦਿੱਤਾ ਜਾਂਦਾ ਸੀ। ਅਕਬਰ ਨੇ ਜੀ ਇਸ ਦੇ ਉੱਪਰ ਰੋਕ ਲਗਾ ਦਿੱਤੀ ਸੀ। ਉਸਨੇ ਜੋ ਬਾਲ ਵਿਆਹ ਹੈ ਜੀ ਉਸ ਦੇ ਉੱਪਰ ਪੂਰਨਤਾ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਅਕਬਰ ਦੇ ਦੁਆਰਾ ਜੀ ਇੱਕ ਹੋਰ ਕੰਮ ਕੀਤਾ ਗਿਆ ਉਹ ਸੀ ਕਿ ਜੀ ਅਕਬਰ ਨੇ ਅੰਤਰਜਾਤੀ ਵਿਆਹ ਨੂੰ ਉਤਸ਼ਾਹਿਤ ਕੀਤਾ। अकबर ने खुद जी इंटरकास्ट मैरिज की सी, उसने इंटर रिलीजन मैरिज भी की सी क्योंकि आप देखा कि अकबर ने राजपूत राणी जिसका नाम से जी योधा बाई उसके नाल विआह करवाया। इस तरह जी अकबर ने लोगों को भी उत्साहित किया कि वो अंतरजाती विआह करवा लैन। ये इदां दियां जो हाले भी ये जी कह सकते हैं कि कुरीतियाँ अपने समाज के हुण भी ने, चाहे अकबर ने उस समय के भी बहुत सुधार करने की कोशिश की पर यह ना अज तक खत्म होईयां ते इंडिया के कदे खत्म होने वालियां भी नहीं। वैसे जो इंटरकास्ट विआह जी ये बहुत हद तक इन्हां चीज़ों को खत्म कर सकता है पर जो अपने लोगों की सोच है वो अज भी जी उत्थे ही खड़ी है। कहने नूं जिन्ना मर्जी आप एडवांस हो गए पर जदों गल आ जाती है जी विआह शादी के मामले दे विच ते उदों जो अंतरजाती मामले है जी ये बहुत ज़्यादा उपर हो जाते हैं। जातियां नूं सारे अपनी आपदियां नूं वड्डियां दसदे ने ते कोई किसी नूं इंसान नहीं समझदा, उदों सारे जातियां दे विच एक दूजे नूं तोलण लग जाते हैं। इस तो बाद जो 5वां पॉइंट आ जाता है यह है जी कि अकबर ने जो वेशवा घर से जी उन्होंने शहरों तो बाहर बनवाया सी, उन्होंने नगरों तो बाहर बनवाया ताकि शहरों के विच जी इस टाइप का जो एरिया है जी वो ना रहन तो शहर वधिया साफ सुथरे रहन। इस तरह के देखते हैं जी आप कि जो ये 5 महत्वपूर्ण काम है जी अकबर के द्वारा किए गए, इन्होंने कामों करके ही अकबर नूं जी एक महान शासक के रूप में देखा जाता है। समाज सुधार के कामों तो बाद हुण आपां पढ़ते हैं जी कि अकबर के द्वारा किहड़े सैनिक सुधार किए गए और भूमि लगान संबंधी किहड़े सुधार किए गए सी। सब तो पहला वेख लैंदे हैं जी सैनिक सुधार नूं। अकबर के द्वारा जी घोड़े दागण की प्रथा नूं शुरू किया गया, एक पहला पॉइंट आ जाता जी। दूसरा है कि अकबर ने सैनिकों का हुलिया लिखण की प्रथा नूं शुरू किया सी। ये दोनों जो प्रथावां जी ये पहलां भी चलिया सी, ये चलिया सी जी दिल्ली सल्तनत समय, जो दिल्ली सल्तनत काल का समा सी उस समय एक शासक के द्वारा जी घोड़े दागण की प्रथा ते सैनिकों का हुलिया लिखण की प्रथा शुरू की गई सी। ये शासक का नाम की है जी ये तुसीं कमेंट्स दे विच सब स्टूडेंट्स ने जरूर दसना। जो भी प्रश्न पूछे जाते हैं जी तुसीं उन्हां दा कमेंट्स दे विच आंसर जरूर दिया करो। जो स्टूडेंट देखते हैं वो तो आंसर जरूर दिया करो, इस दे नाल ही थोड़ी प्रैपरेशन होंदी है जी। जे तुसीं नहीं आंसर दोगे तो मेरा तो कुछ नहीं जाना जी, पर तुहाडी जो प्रैपरेशन है वो थोड़ी जी कच्ची रह जाती है। हुण आपां वेखदे हां जी कि भूमि संबंधी सुधार किहड़े कीते गए हैं। इस समय जो भूमि संबंधी सुधार किए गए जी सब तो पहला पॉइंट इस आ जाता है कि जब्ती प्रणाली लागू की गई सी। एक लगान प्राप्त करने की प्रणाली सी जी जिसका नाम से जब्ती प्रणाली, ये लागू की गई सी। कई बार पूछा जाता है कि जब्ती प्रणाली किस दे रिलेटेड आ जी, ये किसने लागू की सी, तो ये अकबर के समय लागू की गई सी ते भूमि लगान के नाल संबंधित प्रणाली सी। इस तो बाद जो भूमि सुधार के दूसरा पॉइंट आ जाता है वह है जी दहसाला प्रथा। ये जो दहसाला प्रथा है जी टोडरमल के द्वारा तैयार की गई सी और इसनूं लागू करके जी किसानों तो सही लगान वसूल किया जाता सी। ये जो दहसाला प्रथा जी इस दे द्वारा जो भूमि है जी इसका वधिया तरीके निरीक्षण किया गया सी। इस दे विच बेसिकली हुंदा की सी कि जी 10 साल का रिकॉर्ड रखा जाता सी कि किसी जमीन के विच कितनी पैदावार हो रही है, कितनी यील्ड पैदा हो रही है, तो उस दे विच जी फिर उसकी एक एवरेज कड्ढी जाती सी। वो 10 सालों की एवरेज कड्ढी जाती सी, उस एवरेज के अनुसार ही फिर उस दे उपर जी एक टैक्स निर्धारित किया जाता सी। वो चाहे तुसीं मान के चलो जी कि 1/10 या 1/4 कितना भी हो सकता, पर वो बहुत सही सी ते बहुत घट सी जिस नाल किसानां दे उपर ज़्यादा उस समय भार नहीं पैंदा सी। ये जो प्रथा सी जी टोडरमल के द्वारा तैयार की गई सी अते अकबर ने इसनूं लागू किया। जो टोडरमल है जी अकबर के 9 रत्नां दे विचों एक व्यक्ति सी। तो इस समय जो अकबर के समय जी लगान सी ये बहुत घट हुंदा सी, इसकी दर घट हुंदी सी। इस समय जो किसान सी वो ज़्यादा खुश सी, उन्हां दे उपर कोई भी ज़्यादा प्रैशर नहीं हुंदा सी। अकबर के सैनिक सुधार और भूमि सुधार तो बाद हुण आपां वेखदे हां जी अकबर के समय की वस्तु निर्माण कला नूं, यानी कि हुण आपां पढ़ांगे जी कि अकबर के समय किहड़ियां जो इमारतां जी उन्हां दा निर्माण करवाया गया है। एक एक करके जिन्हां इमारतां दे बारे आपां जाणदे हां। सब तो पहले पॉइंट आ जाता है जी कि आगरा दे विच लाल किले का निर्माण करवाया गया, जो करवाया गया सी जी अकबर के द्वारा।
ਭਾਰਤ ਦੇ ਵਿੱਚ ਜੀ 2 ਲਾਲ ਕਿਲੇ ਨੇ, ਇੱਕ ਹੈ ਦਿੱਲੀ ਦੇ ਵਿੱਚ ਅਤੇ ਇੱਕ ਹੈ ਆਗਰਾ ਦੇ ਵਿੱਚ। ਜੋ ਆਗਰਾ ਦਾ ਲਾਲ ਕਿਲਾ ਹੈ ਜੀ, ਉਸ ਦਾ ਨਿਰਮਾਣ ਅਕਬਰ ਨੇ ਕਰਵਾਇਆ ਸੀ, ਅਤੇ ਜੋ ਦਿੱਲੀ ਦਾ ਲਾਲ ਕਿਲਾ ਜੀ, ਉਸ ਦਾ ਨਿਰਮਾਣ ਕਰਵਾਇਆ ਗਿਆ ਸੀ ਜੀ ਸ਼ਾਹਜਹਾਂ ਦੇ ਦੁਆਰਾ, ਜੋ ਕਿ ਇਸ ਤੋਂ 2 ਜਨਰੇਸ਼ਨਾਂ ਬਾਅਦ ਆਉਂਦਾ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਹੈ ਜੀ ਦੂਸਰਾ ਪੁਆਇੰਟ ਕਿ ਲਾਹੌਰ ਦੇ ਵਿੱਚ ਇੱਕ ਕਿਲੇ ਦਾ ਨਿਰਮਾਣ ਕਰਵਾਇਆ ਗਿਆ ਜੀ ਅਕਬਰ ਦੇ ਦੁਆਰਾ, ਜਿਸ ਨੂੰ ਲਾਹੌਰ ਦਾ ਕਿਲਾ ਹੀ ਕਿਹਾ ਜਾਂਦਾ ਹੈ ਜੀ। ਫਿਰ ਤੀਸਰਾ ਆ ਜਾਂਦਾ ਹੈ ਜੀ ਕਿ ਅਕਬਰ ਨੇ ਫਤਿਹਪੁਰ ਸਿਕਰੀ ਇੱਕ ਸ਼ਹਿਰ ਵਸਾਇਆ ਸੀ, ਜਿਹੜਾ ਸ਼ਹਿਰ ਜੀ ਜ਼ਿਲ੍ਹਾ ਆਗਰਾ ਦੇ ਵਿੱਚ ਪਾਇਆ ਜਾਂਦਾ ਹੈ, ਅਤੇ ਆਗਰਾ ਹੈ ਜੀ ਭਾਰਤ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ, ਜਿਸ ਨੂੰ ਆਪਾਂ ਯੂਪੀ ਤੋਂ ਜਾਣਦੇ ਹਾਂ। ਇਸ ਫਤਿਹਪੁਰ ਸਿਕਰੀ ਸ਼ਹਿਰ ਨੂੰ ਜੀ ਅਕਬਰ ਨੇ ਆਪਣੀ ਰਾਜਧਾਨੀ ਵੀ ਬਣਾ ਲਿਆ ਸੀ। ਇਸੇ ਲਈ ਜੀ ਇਸ ਫਤਿਹਪੁਰ ਸਿਕਰੀ ਸ਼ਹਿਰ ਦੇ ਵਿੱਚ ਅਕਬਰ ਦੇ ਦੁਆਰਾ ਬਹੁਤ ਜ਼ਿਆਦਾ ਜੋ ਇਮਾਰਤਾਂ ਜੀ ਉਹਨਾਂ ਦਾ ਨਿਰਮਾਣ ਕਰਵਾਇਆ ਗਿਆ। ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਜੋ ਇਸ ਇਮਾਰਤ ਇਸ ਸ਼ਹਿਰ ਦੇ ਵਿੱਚ ਬਣਾਈ ਗਈ ਸੀ ਉਹ ਸੀ ਜੀ ਸ਼ਾਹੀ ਮਹਿਲ। ਇਹ ਫਤਿਹਪੁਰ ਸਿਕਰੀ ਦੇ ਵਿੱਚ ਬਣਾਇਆ ਗਿਆ। ਇਸ ਤੋਂ ਬਾਅਦ ਜੀ ਅਕਬਰ ਦੇ ਦੁਆਰਾ ਫਤਿਹਪੁਰ ਸਿਕਰੀ ਦੇ ਵਿੱਚ ਹੀ ਬੁਲੰਦ ਦਰਵਾਜ਼ਾ ਬਣਾਇਆ ਗਿਆ, ਜੋ ਅਕਬਰ ਨੇ ਜੀ ਆਪਣੀ ਗੁਜਰਾਤ ਜਿੱਤ ਤੋਂ ਖੁਸ਼ ਹੋ ਕੇ ਬਣਾਇਆ ਸੀ। ਇੱਕ ਜਿੱਤ ਦੀ ਖੁਸ਼ੀ ਦੇ ਵਿੱਚ ਇਹ ਦਰਵਾਜ਼ਾ ਬਣਾਇਆ ਗਿਆ ਸੀ, ਇਸੇ ਲਈ ਜੀ ਇਸ ਨੂੰ ਬੁਲੰਦ ਦਰਵਾਜ਼ਾ ਕਿਹਾ ਜਾਂਦਾ ਹੈ। ਇਹ ਜੋ ਤੁਸੀਂ ਨਾਲ ਜੀ ਡਾਇਗਰਾਮ ਦੇਖ ਰਹੇ ਹੋ, ਜੋ ਪਿਕਚਰ ਦੇਖ ਰਹੇ ਹੋ, ਇਹ ਬੁਲੰਦ ਦਰਵਾਜ਼ੇ ਦੀ ਪਿਕਚਰ ਹੈ ਜੀ, ਜੋ ਫਤਿਹਪੁਰ ਸਿਕਰੀ ਦੇ ਵਿੱਚ ਅਕਬਰ ਦੇ ਦੁਆਰਾ ਬਣਵਾਇਆ ਗਿਆ ਸੀ। ਅਕਬਰ ਨੇ ਜੀ ਹੁਮਾਯੂੰ ਦਾ ਮਕਬਰਾ ਬਣਵਾਇਆ ਸੀ, ਜੋ ਕਿ ਦਿੱਲੀ ਦੇ ਵਿੱਚ ਬਣਵਾਇਆ। ਜੋ ਤੁਸੀਂ ਨਾਲ ਪਿਕਚਰ ਦੇਖ ਲਿਓ ਜੀ, ਇਹ ਹੁਮਾਯੂੰ ਦਾ ਮਕਬਰਾ ਹੈ। ਜੋ ਹੁਮਾਯੂੰ ਹੈ ਜੀ, ਇਹ ਅਕਬਰ ਦਾ ਪਿਤਾ ਸੀ। ਅਕਬਰ ਨੇ ਆਪਣੇ ਪਿਤਾ ਹੁਮਾਯੂੰ ਦਾ ਮਕਬਰਾ ਦਿੱਲੀ ਦੇ ਵਿੱਚ ਬਣਵਾਇਆ ਸੀ, ਜਿਸ ਦੀ ਤੁਸੀਂ ਇਹ ਪਿਕਚਰ ਨਾਲ ਦੇਖ ਰਹੇ ਹੋ ਜੀ। ਇਸ ਤੋਂ ਬਾਅਦ ਆ ਜਾਂਦਾ ਹੈ ਜੀ ਕਿ ਦੀਵਾਨੇ ਖਾਸ। ਇਹ ਦੀਵਾਨੇ ਖਾਸ ਵੀ ਇੱਕ ਇਮਾਰਤ ਹੈ ਜੀ, ਜਿਸ ਦਾ ਨਿਰਮਾਣ ਅਕਬਰ ਦੇ ਦੁਆਰਾ ਕਰਵਾਇਆ ਗਿਆ। 8ਵੇਂ ਨੰਬਰ 'ਤੇ ਆ ਜਾਂਦਾ ਹੈ ਜੀ ਇਬਾਦਤ ਖਾਨਾ। ਇਸ ਦਾ ਨਿਰਮਾਣ ਅਕਬਰ ਨੇ ਕਰਵਾਇਆ ਸੀ। ਇਬਾਦਤ ਖਾਨਾ ਕੀ ਹੈ ਜੀ, ਇਸ ਦੇ ਬਾਰੇ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਇੱਕ ਧਾਰਮਿਕ ਇਮਾਰਤ ਸੀ। ਫਿਰ ਆ ਜਾਂਦਾ ਹੈ ਜੀ 9ਵੇਂ ਨੰਬਰ 'ਤੇ ਪੰਚ ਮਹਿਲ। ਜੋ ਪੰਚ ਮਹਿਲ ਹੈ ਜੀ, ਇਸ ਦਾ ਨਿਰਮਾਣ ਵੀ ਅਕਬਰ ਨੇ ਆਪਣੇ ਸਮੇਂ ਦੇ ਵਿੱਚ ਕਰਵਾਇਆ। ਅਤੇ ਸਭ ਤੋਂ ਲਾਸਟ 'ਤੇ ਆਪਾਂ ਵੇਖਦੇ ਹਾਂ ਜੀ ਜੋਧਾਬਾਈ ਮਹਿਲ। ਜੋ ਅਕਬਰ ਦੀ ਪਤਨੀ ਸੀ ਜੀ ਜੋਧਾਬਾਈ, ਉਸੇ ਦੇ ਨਾਮ ਦੇ ਉੱਪਰ ਅਕਬਰ ਨੇ ਮਹਿਲ ਬਣਵਾਇਆ ਸੀ, ਜਿਸ ਨੂੰ ਜੋਧਾਬਾਈ ਦਾ ਮਹਿਲ ਕਿਹਾ ਜਾਂਦਾ ਸੀ। ਇਹ ਸਾਰੀਆਂ 10 ਇਮਾਰਤਾਂ ਜੀ ਜੋ ਅਕਬਰ ਦੇ ਦੁਆਰਾ ਬਣਵਾਈਆਂ ਗਈਆਂ ਸੀ। ਵੈਸੇ ਤਾਂ ਇਸ ਤੋਂ ਵੱਧ ਇਮਾਰਤਾਂ ਬਣਵਾਈਆਂ ਗਈਆਂ, ਪਰ ਮੁੱਖ ਇਹ ਆਪਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਹੈ। ਇਹਨਾਂ ਨੂੰ ਇੱਕ ਵਾਰੀ ਤੁਸੀਂ ਜੀ ਧਿਆਨ ਨਾਲ ਪੜ੍ਹ ਲੈਣਾ। ਹੁਣ ਆਪਾਂ ਆ ਜਾਂਦੇ ਹਾਂ ਜੀ ਆਪਣੀ ਅੱਜ ਦੀ ਵੀਡੀਓ ਦੇ ਸਭ ਤੋਂ ਇੰਪੋਰਟੈਂਟ ਪੁਆਇੰਟ 'ਤੇ, ਜੋ ਹੈ ਜੀ ਅਕਬਰ ਦੇ 9 ਰਤਨ। ਅਕਬਰ ਦੇ ਦਰਬਾਰ ਦੇ ਵਿੱਚ ਜੀ 9 ਦਰਬਾਰੀ ਪਾਏ ਜਾਂਦੇ ਸੀ, ਜੋ ਕਿ ਆਪਣੇ ਕੰਮਾਂ ਦੇ ਵਿੱਚ ਜੀ ਸਾਰੇ ਬਹੁਤ ਜ਼ਿਆਦਾ ਨਿਪੁੰਨ ਸੀ। ਉਹ ਬਹੁਤ ਜ਼ਿਆਦਾ ਫੇਮਸ ਸੀ ਜੀ ਆਪਣੇ ਆਪਣੇ ਕੰਮ ਨੂੰ ਲੈ ਕੇ, ਆਪਣੇ ਆਪਣੇ ਪ੍ਰੋਫੈਸ਼ਨ ਦੇ ਵਿੱਚ। ਇਹ 9 ਬੰਦਿਆਂ ਦੇ ਬਾਰੇ ਜੀ ਹੁਣ ਆਪਾਂ ਡਿਟੇਲ ਦੇ ਨਾਲ ਪੜ੍ਹਾਂਗੇ, ਜਿਹਨੂੰ ਅਕਬਰ ਦੇ 9 ਰਤਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈ ਜੀ ਬੀਰਬਲ, ਕਿਉਂਕਿ ਅਕਬਰ ਦੇ ਨਾਲ ਸਭ ਤੋਂ ਜ਼ਿਆਦਾ ਆਪਾਂ ਨਾਮ ਬੀਰਬਲ ਦਾ ਹੀ ਸੁਣਦੇ ਆਪਾਂ, ਉਸੇ ਤੋਂ ਹੀ ਸ਼ੁਰੂ ਕਰਦੇ ਹਾਂ। ਜੋ ਬੀਰਬਲ ਹੈ ਜੀ, ਇੱਕ ਹਿੰਦੂ ਵਿਅਕਤੀ ਸੀ। ਇਸ ਦਾ ਅਸਲੀ ਨਾਮ ਸੀ ਮਹੇਸ਼ ਦਾਸ। ਇਹ ਕਈ ਵਾਰ ਪੁੱਛਿਆ ਜਾਂਦਾ ਜੀ, ਇਸ ਦਾ ਅਸਲੀ ਨਾਮ ਸੀ ਮਹੇਸ਼ ਦਾਸ। ਜੋ ਬੀਰਬਲ ਹੈ ਜੀ, ਇੱਕ ਬਹੁਤ ਤੇਜ਼ ਬੁੱਧੀ ਵਾਲਾ ਵਿਅਕਤੀ ਸੀ। ਜਿਵੇਂ ਕਿ ਆਪਾਂ ਨੂੰ ਇੰਨਾ ਪਤਾ ਹੈ ਜੀ ਕਿ ਜੋ ਬੀਰਬਲ ਆ, ਇਹ ਤੇਜ਼ ਬੁੱਧੀ ਵਾਲਾ ਵਿਅਕਤੀ ਸੀ। ਬੀਰਬਲ ਇਸੇ ਲਈ ਜੀ ਅਕਬਰ ਦਾ ਮੁੱਖ ਸਲਾਹਕਾਰ ਸੀ। ਅਕਬਰ ਨੂੰ ਹਰ ਸਮੇਂ ਜੀ ਹਰ ਚੀਜ਼ ਦੇ ਵਿੱਚ ਜੋ ਸਲਾਹ ਦਿੱਤੀ ਜਾਂਦੀ ਸੀ, ਉਹ ਬੀਰਬਲ ਦੇ ਦੁਆਰਾ ਹੀ ਦਿੱਤੀ ਜਾਂਦੀ ਸੀ। ਇਸ ਦੇ ਨਾਲ ਜੀ ਬੀਰਬਲ ਇੱਕ ਕਵੀ ਵੀ ਸੀ, ਉਹ ਕਵਿਤਾਵਾਂ ਵੀ ਲਿਖਦਾ ਸੀ। ਅਕਬਰ ਅਤੇ ਬੀਰਬਲ ਦੇ ਕਿੱਸੇ ਜੀ ਅੱਜ ਵੀ ਮਸ਼ਹੂਰ ਹੈ। ਇਹਨਾਂ ਦੇ ਕਈ TV ਸੀਰੀਅਲ ਵੀ ਬਣਦੇ ਆ, ਕਈ ਮੂਵੀਜ਼ ਵੀ ਬਣਦੀਆਂ ਜੀ, ਜਿਨ੍ਹਾਂ ਦੇ ਵਿੱਚ ਅਕਬਰ ਬੀਰਬਲ ਦੀਆਂ ਜੋ ਕਹਾਣੀਆਂ ਹੁੰਦੀਆਂ ਜੀ, ਉਹਨਾਂ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਠੀਕ ਹੈ ਜੀ। ਦੂਸਰਾ ਆ ਜਾਂਦਾ ਹੈ ਜੀ ਤਾਨਸੇਨ। ਅੱਜ ਵੀ ਕਿਹਾ ਜਾਂਦਾ ਹੈ ਜੀ ਕਿਸੇ ਨੂੰ ਜੇਕਰ ਕੋਈ ਸਿੰਗਰ ਬਣਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕੋਈ ਗਾਉਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਆ ਗਿਆ ਵੱਡਾ ਤਾਨਸੇਨ। ਇੱਕ ਆਪਾਂ ਕਹਾਵਤ ਕਹਿੰਦੇ ਹਾਂ ਜੀ, ਉਹ ਤਾਨਸੇਨ ਇਸੇ ਨਾਮ ਤੋਂ ਫੇਮਸ ਆ, ਕਿਉਂਕਿ ਤਾਨਸੇਨ ਸੀ ਜੋ ਉਹ ਅਕਬਰ ਦੇ ਦਰਬਾਰ ਦਾ ਇੱਕ ਪ੍ਰਸਿੱਧ ਸੰਗੀਤਕਾਰ ਸੀ। ਇੱਕ ਬਹੁਤ ਜ਼ਿਆਦਾ ਪ੍ਰਸਿੱਧ ਜੀ ਇੱਕ ਇਹ ਸਿੰਗਰ ਸੀ ਜੋ ਤਾਨਸੇਨ ਸੀ। ਇਹ ਅਕਬਰ ਦੇ ਦਰਬਾਰ ਦੇ ਵਿੱਚ ਰਹਿੰਦਾ ਸੀ। ਜੋ ਤਾਨਸੇਨ ਹੈ ਜੀ, ਇਸ ਦਾ ਵੀ ਅਸਲੀ ਨਾਮ ਰਾਮਤਨੂ ਪਾਂਡੇ ਸੀ। ਜਿਸ ਤਰ੍ਹਾਂ ਬੀਰਬਲ ਦਾ ਅਸਲੀ ਨਾਮ ਜੀ ਮਹੇਸ਼ ਦਾਸ ਸੀ, ਉਸੇ ਤਰ੍ਹਾਂ ਇਸ ਦਾ ਵੀ ਜੀ ਅਸਲੀ ਨਾਮ ਕੁਝ ਹੋਰ ਸੀ, ਜੋ ਸੀ ਰਾਮਤਨੂ ਪਾਂਡੇ। ਇਹ ਨਾਮ ਵੀ ਯਾਦ ਰੱਖ ਲੈਣਾ। ਜੋ ਤਾਨਸੇਨ ਹੈ ਜੀ, ਇਸਨੇ ਕਈ ਨਵੇਂ ਰਾਗਾਂ ਦਾ ਆਵਿਸ਼ਕਾਰ ਕੀਤਾ ਸੀ। ਇਸਨੇ ਕਈ ਨਵੇਂ ਰਾਗਾਂ ਨੂੰ ਇਨਵੈਂਟ ਕੀਤਾ, ਜਿਸ ਦੇ ਵਿੱਚ ਜੀ ਪਹਿਲਾ ਆ ਜਾਂਦਾ ਹੈ ਮੀਆਂ ਮਲਹਾਰ ਰਾਗ। ਇਹ ਜੋ ਮੀਆਂ ਮਲਹਾਰ ਰਾਗ ਹੈ ਜੀ, ਇਸ ਨੂੰ ਤਾਨਸੇਨ ਨੇ ਬਣਾਇਆ ਸੀ। ਤਾਨਸੇਨ ਦੇ ਬਾਰੇ ਜੀ ਇੱਕ ਕਹਾਵਤ ਕਹੀ ਜਾਂਦੀ ਹੈ। ਤਾਨਸੇਨ ਦੀ ਸੰਗੀਤ ਤੋਂ ਪ੍ਰਸੰਨ ਹੋ ਕੇ, ਉਸ ਦੀ ਆਵਾਜ਼ ਤੋਂ ਪ੍ਰਸੰਨ ਹੋ ਕੇ ਇੱਕ ਕਹਾਵਤ ਕਹੀ ਜਾਂਦੀ ਸੀ ਕਿ ਤਾਨਸੇਨ ਦਾ ਸ਼ਹਿਰ ਗਵਾਲੀਅਰ, ਉੱਥੇ ਜੇਕਰ ਕੋਈ ਬੱਚਾ ਰੋਂਦਾ ਹੈ ਤਾਂ ਉਹ ਵੀ ਸੁਰ ਵਿੱਚ ਰੋਂਦਾ ਹੈ, ਅਤੇ ਜੇਕਰ ਪਹਾੜੀ ਤੋਂ ਕੋਈ ਪੱਥਰ ਡਿੱਗਦਾ ਹੈ ਤਾਂ ਉਹ ਵੀ ਤਾਲ ਦੇ ਵਿੱਚ ਡਿੱਗਦਾ ਹੈ। ਇਹ ਜੋ ਕਹਾਵਤ ਹੈ ਜੀ, ਇਸ ਨੂੰ ਜ਼ਿਆਦਾ ਸੀਰੀਅਸ ਨਹੀਂ ਲੈਣਾ। ਇਹ ਇਸੇ ਲਈ ਕਿਹਾ ਜਾਂਦਾ ਸੀ ਕਿਉਂਕਿ ਤਾਨਸੇਨ ਦੀ ਆਵਾਜ਼ ਬਹੁਤ ਵਧੀਆ ਸੀ। ਇਸ ਲਈ ਕਿਹਾ ਜਾਂਦਾ ਕਿ ਉਸ ਦੇ ਸ਼ਹਿਰ ਦੇ ਜੇਕਰ ਕੋਈ ਬੱਚਾ ਰੋਂਦਾ ਹੋਊ ਤਾਂ ਉਹ ਵੀ ਸੁਰ ਦੇ ਵਿੱਚ ਹੀ ਰੋਂਦਾ ਹੋਣਾ, ਅਤੇ ਜੇਕਰ ਕੋਈ ਪੱਥਰ ਡਿੱਗਦਾ ਹੋਊ ਉਹ ਵੀ ਤਾਲ ਦੇ ਵਿੱਚ ਹੀ ਡਿੱਗਦਾ ਹੋਣਾ, ਕਿਉਂਕਿ ਜੋ ਤਾਨਸੇਨ ਆ ਉਹ ਹਰ ਸਮੇਂ ਸੁਰ ਤਾਲ ਦੇ ਵਿੱਚ ਸਹੀ ਰਹਿੰਦਾ ਸੀ। ਉਹ ਆਪਣੇ ਸੁਰਾਂ ਦੇ ਵਿੱਚ ਪੱਕਾ ਸੀ ਅਤੇ ਉਹ ਇੱਕ ਤਾਲ ਦੇ ਵਿੱਚ ਵਧੀਆ ਤਰੀਕੇ ਗਾਉਂਦਾ ਸੀ। ਇਸੇ ਲਈ ਇਹ ਕਹਾਵਤ ਬਣੀ ਸੀ ਜੀ। ਹੁਣ ਆਪਾਂ ਪੜ੍ਹਦੇ ਹਾਂ ਜੀ ਅਕਬਰ ਦੇ ਦਰਬਾਰ ਦੇ ਤੀਸਰੇ ਰਤਨ ਬਾਰੇ, ਜੋ ਹੈ ਜੀ ਅਬਦੁਲ ਰਹੀਮ ਖਾਨ ਖਾਨਾ। ਇਹ ਅਬਦੁਲ ਰਹੀਮ ਹੈ ਜੀ, ਇਹ ਬੈਰਮ ਖਾਂ ਦਾ ਪੁੱਤਰ ਸੀ। ਬੈਰਮ ਖਾਂ ਕੌਣ ਆ ਜੀ, ਇਸ ਦੇ ਬਾਰੇ ਆਪਾਂ ਲਾਸਟ ਵੀਡੀਓ ਦੇ ਵਿੱਚ ਬਹੁਤ ਵਧੀਆ ਤਰੀਕੇ ਪੜ੍ਹਿਆ ਸੀ। ਅਕਬਰ ਨੇ ਜੀ ਬੈਰਮ ਖਾਂ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਜੋ ਉਸ ਦੀ ਵਿਧਵਾ ਸੀ ਜੀ ਬੈਰਮ ਖਾਂ ਦੀ, ਉਸ ਦੇ ਨਾਲ ਵਿਆਹ ਕਰਵਾ ਲਿਆ ਸੀ, ਅਤੇ ਉਸੇ ਦਾ ਪੁੱਤਰ ਹੀ ਸੀ ਜੋ ਇਹ ਸੀ ਅਬਦੁਲ ਰਹੀਮ।
इस लिए जी अकबर ने अब्दुल रहीम की सारी सिक्ख्या का आप ध्यान रखा, उसकी जो साम संभाल सी वो अकबर के द्वारा ही करवाई गई। जो अब्दुल रहीम वड्डा हुंदा है जी तो एक बुद्धिमान व्यक्ति बनता है, इसलिए इसनूं अकबर अपने दरबार दे विच एक कवि, एक अनुवादक के रूप में रखता है, एक ट्रांसलेटर के रूप में जो है अब्दुल रहीम है जी, ये जो अकबर के दरबार दे विच एक रतन के रूप में रहिंदा है जी। इत्थे जी आपां तीन दरबारीआं नूं पढ़ चुके हैं, तीन रत्नां नूं पढ़ चुके हैं, जिस दे विच पहला सी जी बीरबल, जिस दे बारे आपां नूं ज़्यादातर पता है। दूसरा है जी तानसेन, तीजा है जी अब्दुल रहीम। ठीक है जी, अब्दुल रहीम सी बैरम खान का पुत्र सी। ये तुहानूं इस टाइप के नाल ही सारिਆਂ नूं जी इंट्रोड्यूस करवा रहा है रत्नां नूं कि ताकि तुसीं याद रख सको। इस तो बाद आ जाता है जी मान सिंह, चौथे नंबर वाला। ये मान सिंह है जी एक राजपूत सी, ये जोधा बाई के परिवार का ही मैंबर सी। जो जोधा बाई नाल जी अकबर का विआह होंदा है तो उस समय जो ये मान सिंह सी वो अकबर के दरबार दे विच आ जाता है, उसकी सेवा दे विच। अकबर के दरबार दे विच जो मान सिंह है जी एक सैनापति के वजों काम करता है। ये जो पहले चार रत्न है जी इन्हों याद रखना बहुत सौखा। तानसेन ते बीरबल तो शब्द याद ही रहिंदा जी। तीसरा नंबर आ जाता है जी अब्दुल रहीम का। वो अब्दुल रहीम इसलिए उसके दरबार में सी क्योंकि बैरम खां की हत्या हो गई सी, बैरम खां की पत्नी नाल उसने विआह करवा लिया सी। एक हिसाब नाल अब्दुल रहीम जो अकबर का यह पुत्र ही बन जाता है जी। तो चौथा सी जी मान सिंह, वो जोधा बाई दे एक फैमिली मैंबर करके अकबर के दरबार में सी। इस तो बाद वाले जो 5 रत्न रह जाते हैं जी उन्होंने थोड़ा याद रखना आप कह सकते हैं कि मुश्किल है, पर पहले चारों याद रखना तो बहुत ज़्यादा सौखा है। ਹੁਣ तक जी आप 4 रत्नों ਨੂੰ पढ़ चुके हैं, उन्होंने वधिया तरीके समझ के याद भी कर चुके हैं। ਹੁਣ ਆਪਾਂ पढ़ते हैं जी 5वें रतन ਨੂੰ, जिस का नाम से जी अबुल फजल। गल करिए जी अबुल फजल के पूरे नाम की, तो इसका नाम से जी अबुल फजल इबन मुबारक। ये नाम वैसे पूरा नहीं पूछा जाता, पर वैसे तुसी याद रख लेना। ये अकबर के दरबार के जी उस समय दी मुख्य घटनावां नूं दर्ज करता सी। जो अबुल फजल है जी इसने अकबरनामा और आयने अकबरी की रचना की सी। इन्हां दी रचना करके ही जो अबुल फजल है जी ये बहुत ज़्यादा प्रसिद्ध होया सी। कई बार ये प्रश्न आपां नूं एग्जाम्स दे विच आया जी कि अकबरनामा या आयने अकबरी की रचना किसने की है, तो ये की गई सी जी अबुल फजल ने। या ये पूछा जाता है कि जो अकबर है जी इसका संबंध किस दे नाल सी, तो नित्य ऑप्शन दे विच आपां नूं दिता जाता है अबुल फजल। जेकर आपां नूं पता है जी कि अबुल फजल ने अकबरनामा लिखिया तो आपां नूं ऑटोमैटिकली याद आ जाएगा कि वह अकबर के समय सी, तो उसका रिलेशन अकबर के नाल आ, उसका संबंध अकबर के नाल आ। इसलिए जी इन्हां नूं तुसीं 2-4 तरीके नाल अलग अलग तरीके नाल याद करिया करो कि प्रश्न इदां भी आ सकता है। सिर्फ सिंपल नहीं हुंदा, उत्थे पेपर दे विच थोड़ा जिहा उलझा दिता जाता, थोड़ा जिहा ट्विस्ट पाया जाता है जी प्रश्न दे विच। ਹੁਣ ਆਪਾਂ पढ़ते हैं जी 6वें रतन ਨੂੰ, जिस का नाम सी जी फैजी। ये जो फैजी सी जी ये अबुल फजल का भरा सी। ये फारसी ਦੇ ਵਿੱਚ कवितावां लिखदा सी ਅਤੇ अकबर ने जी इसनूं अपने पुत्र ਦੇ गणित के अध्यापक के रूप में ਕੰਮ ਦਿੱਤਾ ਸੀ। इत्थे की आ जी जेकर अपने पहले 4 याद हो गए तो 5वां आ जाता है जी अबुल फजल रतन। तो अबुल फजल तो ही आपां नूं जी फैजी याद रखना पएगा क्योंकि फैजी उसे दा ही भरा सी। तो जो फैजी है फारसी ਦੇ ਵਿੱਚ कवितावां लिखदा सी ਅਤੇ अकबर ने जी इसनूं अपने पुत्र ਦੇ अध्यापक के रूप में ਕੰਮ ਦਿੱਤਾ ਸੀ ਅਤੇ अकबर के पुत्र ਨੂੰ ਇਹ गणित पढ़ाउंदा सी। ठीक है जी, इत्थों तक आप 6 रतन पढ़ लए, इन्हों याद कर लिया। हुण जो बाकी के 3 बचते रतन है जी उन्होंने भी आप याद करते हैं। हुण आप वेखते हैं जी अकबर के दरबार के 7वें रतन नूं, जिसका नाम है जी राजा टोडरमल। जो राजा टोडरमल है जी ये अकबर के दरबार में वित्त मंत्री और भूमि लगान के काम संभालता सी। यानी कि कह सकते हैं कि उस समय का जी ये फाइनैंस मिनिस्टर सी ते ये इनकम टैक्स ऑफिसर के रूप में काम करता सी अकबर के दरबार के। जो टोडरमल है जी इसने सही लगान के लिए भूमि मापन प्रणाली तैयार की सी। टोडरमल के द्वारा ही जी एक दहसाला प्रथा या दहसाला बंदोबस्त का निर्माण किया गया सी, जिस दे कारण जी किसानों के उपर जो लगान का बोझ आ वो घट होया सी। ये दहसाला बंदोबस्त की है जी इस दे बारे आप पहला ही वीडियो के विच पढ़ चुके हैं। इतों आपां नूं ये भी याद हो गया कि जो 7वां रत्न है जी यह टोडरमल, क्योंकि इसने एक दहसाला प्रथा चलाई सी। ये किस समय चली सी? अकबर के समय चली सी। तो अकबर के समय चली है तो फिर यह अकबर के दरबार के ही एक रहने वाला व्यक्ति सी। ठीक है जी, 7 रतन आप पढ़ चुके हैं। हुण आप पढ़ते हैं जी 8वां तो 9वां रतन किहड़े ने। 8वां रतन आ जाता है जी मुला दो प्याजा। ये मुला दो प्याजा इसका नाम का तो पिया जी, ये भी आप पढ़ांगे हुण। ये अकबर के दरबार का जी रसोईया सी। अकबर के दरबार के रसोईए के रूप में काम करने वाला व्यक्ति सी मुला दो प्याजा। ये प्याज खाण का बहुत ज़्यादा शौकीन सी जी, इस करके ही इसका नाम मुला दो प्याजा पिया है। ठीक है जी, ये लगता इदा होना कि जो ये रोटी खाण बैठता होना तो इसनों जो सर्व कर रहा होना, जो इसनों रोटी दे रहा होना, तो उसनों कहना होना भी बई रखी यार 2 प्याज। इसे करके दा ना ही मुला दो प्याजा पै गया। ठीक है जी, ये तो छोटी जी चलो कलोल सी, पर ये गंढे खाण करके दा नाम मुला दो प्याजा पै गया। ठीक है जी, अकबर इस दे उपर बहुत ज़्यादा यकीन करता सी, इसलिए जी इसनों दरबारी रसोईया बनाया सी ते अकबर इस दे द्वारा बनाया होया भोजन ही ग्रहण करता सी। ठीक है जी, 8 रत्नों आप पढ़ चुके हैं। हुण आप पढ़ते हैं जी 9वें रतन नूं। इसका नाम सी जी फ़कीर अजाउद्दीन।
ठीक है जी। जो फ़कीर अजाउद्दीन सी ये अकबर के दरबार दे विच एक शाही हकीम सी, यानी कि एक वैद के रूप में ये काम करता सी। ਹੁਣ जी आप सारे 9 रत्न पढ़ लिया जी, इन्हों के ज़्यादातर ਨੂੰ ਆਪਾਂ याद कर चुके हैं। जेकर वीडियो ਨੂੰ ਤੁਸੀਂ जी 2 ਵਾਰ देख ਲਓਗੇ, एक बार देखे कुछ नहीं याद ਹੁੰਦਾ, जेकर ਤੁਸੀਂ 2 ਵਾਰ देख लेना तो ਤੁਹਾਨੂੰ ਸਾਰੀਆਂ ਚੀਜ਼ਾਂ ਜੀ ਵਧੀਆ ਤਰੀਕੇ याद हो ਜਾਣੀਆਂ ਤੇ ਤੁਸੀਂ पेपर ਦੇ ਵਿੱਚ बिल्कुल भी कन्फ्यूज़ नहीं ਹੋਵੋਗੇ। इस दे नाल ही जी अपना अज का चैप्टर समाप्त होंदा है। वीडियो दे विच जी तुहानूं एक चैनल सुजैसट किया गया सी ज्ञान 0 किलोमीटर साइंस और मैथ वाले स्टूडेंट्स लई, उस जी चैनल नूं तुसीं सारे विजिट जरूर करना। उसका जो लिंक है वो तुहानूं डिस्क्रिप्शन बॉक्स दे विच मिल जाएगा। इस तो इलावा जी उस चैनल का लिंक तुहानूं पिन कमेंट दे विच मिल जाएगा। जो कमेंट्स दे विच जाऊँगी तो उपर उसनूं मैं पिन कर दूँगा। उसनूं जी सारे जाने तुसीं विजिट जरूर करना उस चैनल नूं, तो सबसक्राइब भी कर लेना तो वध तो वध स्टूडेंट्स दे नाल जी उस चैनल नूं भी शेयर करना। जेकर वीडियो चंगी लगी है तो जी अपने चैनल में भी सबसक्राइब जरूर कर लो। तो जो भी तुहाडे तो प्रश्न पूछे गए जी उन्होंने कमेंटा में आंसर तुसीं जरूर देने हैं जी। वीडियो के सारियां दे PDF लैन लई जी पंजाब एजुकेशन चैनल में हुण तुसीं टैलीग्राम ऐप पर भी ज्वाइन कर सकते हो, जिसका लिंक तुहानूं टैलीग्राम ग्रुप का जी डिस्क्रिप्शन बॉक्स दे विच मिल जाएगा। जेकर वो लिंक ना चले तो तुसीं टैलीग्राम ऐप पर जाना है जी, उत्थे पंजाब एजुकेशन लिख के सर्च करना है तो अपना चैनल आ जाएगा। सैम ब्लू कलर का लोगो है जी, उत्थे तुसीं जाके ज्वाइन करो तो सारियां ही वीडियोज़ का जो PDF है जी तुहानूं फ्री ऑफ कॉस्ट मिल जाएगा। थैंक यू फॉर वॉचिंग पंजाब एजुकेशन।